सुनने आइए सुन पंजाब ਦੇ ਐਸਪੀਰੈਂਟਸ ਵਾਸਤੇ ਲੈ ਕੇ ਆਇਆ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਟਾਰਗੇਟ ਕਰੇਗਾ ਪੰਜਾਬ ਪੀਸੀਐਸ ਦੇ ਮੇਨਸ ਨੂੰ। ਯੂਪੀਐਸਸੀ ਤੋਂ ਕਾਫੀ ਜ਼ਿਆਦਾ ਇਨਸਪਾਇਰਡ ਰਹਿੰਦੇ ਨੇ ਸਟੇਟ ਪੀਸੀਐਸ ਐਗਜ਼ਾਮਸ ਤੇ ਉਹਨਾਂ ਨੂੰ ਪਛਾੜ ਕੇ ਤੁਸੀਂ ਇੱਕ ਬਹੁਤ ਵੱਡੇ ਨੰਬਰ ਤੋਂ ਅੱਗੇ ਨਿਕਲ ਕੇ ਪ੍ਰੀਲਿਮਸ ਕੁਆਲੀਫਾਈ ਕਰ ਐਕਸਪਲੇਨੇਸ਼ਨ ਤੋਂ ਜ਼ਿਆਦਾ ਇੰਪਲੀਮੈਂਟੇਸ਼ਨ ਤੇ ਧਿਆਨ ਦਿੱਤਾ ਜਾਵੇਗਾ ਕਿ ਅਸੀਂ ਉਸ ਐਗਜ਼ਾਮ ਦੀ ਡਿਮਾਂਡ ਨੂੰ ਫੁੱਲਫਿਲ ਕਰ ਰਹੇ ਹਾਂ। ਸਾਡੇ ਜਿਹੜਾ ਰਿਜ਼ਲਟ ਹੈ ਉਹ ਡਿਪੈਂਡ ਕਰੇਗਾ ਜੀਐਸ ਦੇ ਇਹਨਾਂ 4 ਪੇਪਰਾਂ ਦੇ ਉੱਤੇ। ਇਸ ਟੌਪਿਕ ਤੋਂ ਜੇਕਰ ਸਵਾਲ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਤੇ ਕਿੱਦਾਂ ਉਹਨੂੰ ਆਨਸਰ ਕਰਨਾ ਹੈ, ਕਿਉਂਕਿ ਉਹਦਾ ਇੱਕ ਫਾਰਮੈਟ ਹੈ। ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ। ਜੇਕਰ ਤੁਸੀਂ ਆ ਵੀਡੀਓ ਵੇਖ ਰਹੇ ਹੋ ਤਾਂ ਉਹਦਾ ਇੱਕੋ ਮਤਲਬ ਹੈ ਕਿ ਤੁਹਾਡਾ ਪੰਜਾਬ ਪੀਸੀਐਸ ਦਾ ਪ੍ਰੀਲਿਮਸ ਜਿਹੜਾ ਹੈ ਉਹ ਕੁਆਲੀਫਾਈ ਹੋ ਰਿਹਾ ਹੈ ਤੇ ਹੁਣ ਤੁਸੀਂ ਲੱਭ ਰਹੇ ਹੋ ਕੋਈ ਇਹੋ ਜਿਹਾ ਸੋਰਸ ਜਿੱਥੇ ਤੁਹਾਡਾ ਪੰਜਾਬ ਪੀਸੀਐਸ ਦਾ ਜਿਹੜਾ ਮੇਨਸ ਹੈ ਉਹਦੀ ਤਿਆਰੀ ਟੂ ਦੀ ਬੈਸਟ ਆਫ ਆਪਸ਼ਨ ਹੋ ਸਕੇ। मतलब ਕਿ ਕਹਿਣ ਦਾ ਮਤਲਬ ਇਹੀ ਆ ਕਿ ਆਪਾਂ ਹੁਣ ਕੋਈ ਵੀ ਚਾਂਸ ਕੋਈ ਵੀ ਰਿਸਕ ਜਿਹੜਾ ਉਹ ਨਹੀਂ ਲੈਣਾ ਹੈ ਆਪਣੇ ਮੇਨਸ ਨੂੰ ਲੈ ਕੇ, ਕਿਉਂਕਿ ਜੇਕਰ ਆਪਾਂ ਪ੍ਰੀਲਿਮਸ ਦੀ ਗੱਲ ਕਰੀਏ ਤਾਂ ਪ੍ਰੀਲਿਮਸ ਦੇ ਅੰਦਰ ਸਭ ਤੋਂ ਜ਼ਿਆਦਾ ਕੰਪੀਟੀਸ਼ਨ ਜਿਹੜਾ ਸਿਵਲ ਸਰਵਿਸ ਐਗਜ਼ਾਮ ਦੇ ਅੰਦਰ ਰਹਿੰਦਾ ਮੈਨੂੰ ਲੱਗਦਾ ਉਹ ਪ੍ਰੀਲਿਮਸ 'ਚ ਹੁੰਦਾ ਹੈ, ਕਿਉਂਕਿ ਜੋ ਨੰਬਰ ਆਫ ਸਟੂਡੈਂਟਸ ਪ੍ਰੀ ਵਾਸਤੇ ਆਉਂਦੇ ਨੇ ਉਹ ਸਭ ਤੋਂ ਜ਼ਿਆਦਾ ਹੈ। ਸਰ ਉਹਨਾਂ ਨੂੰ ਪਛਾੜ ਕੇ ਤੁਸੀਂ ਇੱਕ ਬਹੁਤ ਵੱਡੇ ਨੰਬਰ ਤੋਂ ਅੱਗੇ ਨਿਕਲ ਕੇ ਪ੍ਰੀਲਿਮਸ ਕੁਆਲੀਫਾਈ ਕਰਦੇ ਹੋ ਤਾਂ ਹੁਣ ਮੇਨਸ ਵਾਸਤੇ ਕੋਈ ਵੀ ਚਾਂਸ ਦੀ ਸਕੋਪਸ ਜਾਂ ਕੋਈ ਗਲਤੀ ਦਾ ਸਕੋਪ ਸਾਡੇ ਕੋਲ ਨਹੀਂ ਹੁੰਦਾ ਤੇ ਉਹ ਇਸੇ ਕਾਰਨ ਕਰਕੇ ਤੁਹਾਨੂੰ ਚਾਹੀਦਾ ਕਿ ਤੁਸੀਂ ਕੋਈ ਬੈਸਟ ਆਫ ਦੀ ਬੈਸਟ ਗਾਈਡੈਂਸ ਜਿਹੜੀ ਹੈ ਉਹ ਲਵੋ ਤਾਂ ਕਿ ਤੁਹਾਡਾ ਮੇਨਸ ਪ੍ਰੋਪਰਲੀ ਪ੍ਰਿਪੇਅਰ ਹੋਵੇ ਤੇ ਜਦੋਂ ਤੁਸੀਂ ਪੇਪਰ ਦੇਣ ਜਦੋਂ ਤੁਸੀਂ ਐਗਜ਼ਾਮ ਦੇਣ ਜਾਵੋ ਤਾਂ ਕੋਈ ਵੀ ਇਦਾਂ ਦਾ ਟੌਪਿਕ ਕੋਈ ਵੀ ਇਦਾਂ ਦਾ ਕਨਸੈਪਟ ਨਾ ਹੋਵੇ ਜਿਹੜਾ ਤੁਸੀਂ ਜੇਕਰ ਜਾਂ ਤਾਂ ਪੜ੍ਹਿਆ ਨਾ ਹੋਵੇ ਜਾਂ ਫਿਰ ਤੁਸੀਂ ਉਹਦੇ ਵਿੱਚ ਕਨਫਿਊਜ਼ ਹੋਵੋ। ਤੇ ਉਸੇ ਹੀ ਡਾਇਰੈਕਸ਼ਨ 'ਚ ਉਸੇ ਹੀ ਦਿਸ਼ਾ ਵਿੱਚ ਸੁਣਨੇ ਆਈਏ ਸੁਣ ਪੰਜਾਬ ਦੇ ਐਸਪੀਰੈਂਟਸ ਵਾਸਤੇ ਲੈ ਕੇ ਆਇਆ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਟਾਰਗੇਟ ਕਰੇਗਾ ਪੰਜਾਬ ਪੀਸੀਐਸ ਦੇ ਮੇਨਸ ਨੂੰ। ਆਪਾਂ ਇਹਦੇ 'ਚ ਤੁਹਾਨੂੰ ਮਲਟੀਪਲ ਚੀਜ਼ਾਂ ਜਿੱਦਾਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਆਪ ਸਾਡੇ ਕੋਲ ਵਜਰ ਪ੍ਰੋਗਰਾਮ ਹੈ ਜਿਹੜਾ ਕਿ ਇੱਕ ਰਿਵੀਜ਼ਨ ਕਲਾਸਿਸ ਤੁਹਾਨੂੰ ਮਿਲਣਗੀਆਂ। ਉਸ ਤੋਂ ਬਾਅਦ ਅਸੀਂ ਨੋਟਸ ਦਵਾਂਗੇ, ਤੁਹਾਨੂੰ ਪੀਵਾਈਕਿਊ ਪ੍ਰੈਕਟਿਸ ਕਰਾਵਾਂਗੇ, ਮੈਂਟੋਰਸ਼ਿਪ ਹੋਵੇਗੀ। ਇਹ ਸਭ ਚੀਜ਼ਾਂ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਮਿਲਣਗੀਆਂ। ਇਹਦੇ ਬਾਰੇ ਮੈਂ ਆਵਾਂਗਾ, ਆਈ ਵਿਲ ਕਮ ਬੈਕ ਟੂ ਦਿਸ। ਆਪਾਂ ਮੁੜ ਕੇ ਇਹਦੇ ਬਾਰੇ ਗੱਲ ਕਰਾਂਗੇ ਕਿ ਕੀ ਪ੍ਰੋਗਰਾਮਸ ਤੁਹਾਨੂੰ ਇਹ ਆਫਰ ਹੋ ਰਹੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣ ਦੀ ਲੋੜ ਹੋਏਗੀ ਕਿ ਇਸ ਐਗਜ਼ਾਮ ਦੀ ਡਿਮਾਂਡ ਕੀ ਹੈ। ਜਦੋਂ ਆਪਾਂ ਕਿਸੇ ਵੀ ਸਟੇਟ ਦਾ ਕਿਸੇ ਵੀ ਨਾਟ ਜਸਟ ਸਟੇਟ ਕੋਈ ਵੀ ਐਗਜ਼ਾਮ ਦੀ ਜਦ ਕਿ ਮੈਂ ਗੱਲ ਕਰਾਂ ਭਾਵੇਂ ਉਹ ਤੁਹਾਡੇ ਸਕੂਲ ਦਾ, ਕਾਲਜ ਦਾ, ਯੂਨੀਵਰਸਿਟੀ ਦਾ ਕੰਪੀਟੀਟਿਵ ਐਗਜ਼ਾਮ ਕੋਈ ਵੀ ਹੋਵੇ, ਜਦੋਂ ਆਪਾਂ ਕਿਸੇ ਐਗਜ਼ਾਮ ਨੂੰ ਅਪਰੋਚ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣ ਦੀ ਲੋੜ ਪੈਂਦੀ ਹੈ ਕਿ ਅਸੀਂ ਉਸ ਐਗਜ਼ਾਮ ਦੀ ਡਿਮਾਂਡ ਨੂੰ ਫੁੱਲਫਿਲ ਕਰ ਰਹੇ ਹਾਂ ਤੇ ਉਹ ਡਿਮਾਂਡ ਸਾਨੂੰ ਕਿੱਦਾਂ ਸਮਝ ਆਏਗੀ। ਉਹ ਡਿਮਾਂਡ ਸਮਝ ਆਉਂਦੀ ਹੈ ਸਾਨੂੰ ਉਸ ਪਾਰਟਿਕੂਲਰ ਐਗਜ਼ਾਮ ਦੇ ਸਿਲੇਬਸ ਨੂੰ ਐਨਾਲਾਈਜ਼ ਕਰਕੇ। ਤੇ ਜੇ ਆਪਾਂ ਮੋਟਾ ਸਿਲੇਬਸ ਵੇਖੀਏ ਤਾਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਸ਼ਾਇਦ ਹੈਲਪ ਕਰਨਗੀਆਂ ਇਹ ਐਨਾਲਾਈਜ਼ ਕਰਨ ਤੇ ਕਿ ਕਿੱਦਾਂ ਅਸੀਂ ਆਪਣੀ ਪ੍ਰੈਪਰੇਸ਼ਨ ਨੂੰ ਬੈਲੈਂਸ ਕਰਾਂਗੇ, ਕਿਉਂਕਿ ਇਨ ਮੋਸਟ ਆਫ ਦੀ ਕੇਸਿਸ ਮੈਂ ਕਹਾਂਗਾ 99.9% ਐਸਪੀਰੈਂਟਸ ਜਿਹੜੇ ਨੇ ਜਦੋਂ ਪੰਜਾਬ ਪੀਸੀਐਸ ਦੀ ਤਿਆਰੀ ਕਰਦੇ ਨੇ ਤੇ ਉਹ ਡੈਫੀਨੇਟਲੀ ਏਮ ਕਰਦੇ ਨੇ ਯੂਪੀਐਸਸੀ ਨੂੰ ਵੀ। ਤੇ ਜੇਕਰ ਤੁਸੀਂ ਨਹੀਂ ਸੋਚਿਆ ਇਸ ਬਾਰੇ ਤਾਂ ਜ਼ਰੂਰ ਸੋਚਿਓ, ਕਿਉਂਕਿ ਜੇਕਰ ਤੁਸੀਂ ਪੰਜਾਬ ਪੀਸੀਐਸ ਦਾ ਪ੍ਰੀਲਿਮਸ ਕੁਆਲੀਫਾਈ ਕਰ ਰਹੇ ਹੋ ਤੇ ਤੁਸੀਂ ਪੋਟੈਂਸ਼ੀਅਲ ਰੱਖਦੇ ਹੋ ਕਿ ਤੁਸੀਂ ਪੰਜਾਬ ਤੋਂ ਇਲਾਵਾ ਯੂਪੀਐਸਸੀ ਦਾ ਵੀ ਪ੍ਰੀ ਕੁਆਲੀਫਾਈ ਕਰੋ, ਯੂਪੀਐਸਸੀ ਐਗਜ਼ਾਮ ਨੂੰ ਵੀ ਕੁਆਲੀਫਾਈ ਕਰੋ। ਬਟ मैं अज्यूम करके चल रहा कि ਤੁਹਾਡੇ ਚੋਂ ਬਹੁਤ ਸਾਰੇ ਸਟੂਡੈਂਟਸ ਆਲਰੇਡੀ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਯੂਪੀਐਸਸੀ ਦੀ ਤਿਆਰੀ ਜਾਂ ਤਾਂ ਕਰਨੀ ਹੈ ਜਾਂ ਕਰਦੇ ਪਏ ਨੇ ਜਾਂ ਪਹਿਲਾਂ ਕੀਤੀ ਹੋਈ ਹੈ। ਜਦੋਂ ਆਪਾਂ ਯੂਪੀਐਸਸੀ ਦੇ ਐਂਗਲ ਇਹਦੇ 'ਚ ਲੈ ਕੇ ਆਉਂਦੇ ਹਾਂ ਤਾਂ ਸਾਨੂੰ ਬਹੁਤ ਜ਼ਿਆਦਾ ਕਨਵੀਨੀਅੰਸ ਚੀਜ਼ਾਂ ਨੂੰ ਲੈ ਕੇ ਹੋ ਜਾਂਦੀ ਹੈ, ਕਿਉਂਕਿ ਜਦੋਂ ਆਪਾਂ ਵੇਖੀਏ ਤਾਂ ਸਾਡੀਆਂ ਬਹੁਤ ਸਾਰੀਆਂ ਇਦਾਂ ਦੀਆਂ ਇਹਦੇ 'ਚ ਚੀਜ਼ਾਂ ਨੇ, ਇਦਾਂ ਦੇ ਟੌਪਿਕਸ ਨੇ ਜਿਹੜੇ ਓਵਰਲੈਪ ਕਰਦੇ ਨੇ। ਫੋਰ ਐਗਜ਼ਾਮਪਲ ਜਦੋਂ ਆਪਾਂ ਕੰਪਲਸਰੀ ਪੇਪਰਸ ਨੂੰ ਜੇ ਆਪਾਂ ਛੱਡ ਦਈਏ, ਕਿਉਂਕਿ ਪੰਜਾਬ ਪੀਸੀਐਸ ਹੈ ਤਾਂ ਬੜੀ ਜ਼ਾਹਿਰ ਜੀ ਗੱਲ ਹੈ ਕਿ ਗੁਰਮੁਖੀ ਸਕ੍ਰਿਪਟ ਦੇ ਵਿੱਚ ਤੁਹਾਨੂੰ ਪੰਜਾਬੀ ਦਾ ਪੇਪਰ ਜਿਹੜਾ ਹੈ ਉਹ ਪਾਸ ਕਰਨਾ ਪੈਣਾ ਤੇ ਪੰਜਾਬ ਪੀਸੀਐਸ ਜੇ ਪੰਜਾਬੀ ਨਹੀਂ ਆਉਂਦੀ ਹੈ ਤਾਂ ਫਿਰ ਮੈਨੂੰ ਲੱਗਦਾ ਕਿ ਤੁਸੀਂ ਇਸ ਐਗਜ਼ਾਮ ਨੂੰ ਐਲੀਜੀਬਲ ਹੀ ਨਹੀਂ ਹੋ, ਕਿਉਂਕਿ ਤੁਸੀਂ ਪੰਜਾਬੀ ਸਕ੍ਰਿਪਟ 'ਚ ਗੁਰਮੁਖੀ ਸਕ੍ਰਿਪਟ 'ਚ ਤੁਹਾਨੂੰ ਇਹ ਪੇਪਰ ਜਿਹੜਾ ਹੈ ਉਹ ਦੇਣਾ ਪੈਣਾ। ਉਸ ਤੋਂ ਇਲਾਵਾ ਜਦੋਂ ਆਪਾਂ ਦੇਖੀਏ ਤਾਂ ਇੰਗਲਿਸ਼ ਦਾ ਕੰਪਲਸਰੀ ਪੇਪਰ ਤੁਹਾਡਾ ਯੂਪੀਐਸਸੀ ਦੇ ਵਿੱਚ ਵੀ ਰਹਿੰਦਾ ਹੈ। ਉਸ ਤੋਂ ਬਾਅਦ ਐਸੇ ਡੈਫੀਨੇਟਲੀ ਤੁਹਾਡਾ ਯੂਪੀਐਸਸੀ ਦੇ ਵਿੱਚ ਵੀ ਹੁੰਦਾ ਹੈ। ਉਸ ਤੋਂ ਬਾਅਦ ਆ ਜਿਹੜੇ ਟੌਪਿਕਸ ਨੇ ਤੇ ਮੋਰ ਔਰ ਲੈਸ ਸਾਡੀ ਜਿਹੜੀ ਤਿਆਰੀ ਹੈ ਉਹ ਸਾਡੇ ਜਿਹੜਾ ਰਿਜ਼ਲਟ ਹੈ ਉਹ ਡਿਪੈਂਡ ਕਰੇਗਾ ਜੀਐਸ ਦੇ ਇਹਨਾਂ 4 ਪੇਪਰਾਂ ਦੇ ਉੱਤੇ, ਕਿਉਂਕਿ ਉਹ ਸਾਰੇ ਟੌਪਿਕਸ ਜਿਹੜੇ ਤੁਸੀਂ ਪੜ੍ਹਦੇ ਹੋ ਹਾਲੇ ਤੱਕ ਦੀਆਂ ਸਟੈਂਡਰਡ ਬੁੱਕ ਜਿਹੜੇ ਤੁਸੀਂ ਪੜ੍ਹਦੇ ਆਏ ਹੋ ਉਹ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਤੁਹਾਡੀਆਂ ਉਹ ਟਾਰਗੇਟ ਕਰਦੀਆਂ ਨੇ ਇਹਨਾਂ 4 ਪੇਪਰਾਂ ਨੂੰ ਕਿ ਤੁਸੀਂ ਇਹਨਾਂ 4 ਪੇਪਰਾਂ ਬਾਰੇ ਕਿੰਨਾ ਕੁ ਜਾਣਦੇ ਹੋ, ਤੁਸੀਂ ਇਹਨਾਂ ਦੇ ਕਿੱਦਾਂ ਆਨਸਰ ਲਿਖੋਗੇ ਜੋ ਕਿ ਤੁਹਾਨੂੰ ਇੱਕ ਵਧੀਆ ਰਿਜ਼ਲਟ ਜਿਹੜਾ ਤੁਸੀਂ ਐਕਸਪੈਕਟ ਕਰ ਰਹੇ ਹੋ ਉਹ ਦੇਵੇਗਾ। ਜਦੋਂ ਆਪਾਂ ਗੱਲ ਕਰੀਏ ਕਿ ਜੀਐਸ 1 ਦੇ ਵਿੱਚ ਤੁਹਾਡਾ ਹਿਸਟਰੀ, ਜੀਓਗ੍ਰਾਫੀ ਐਂਡ ਸੋਸਾਇਟੀ ਐਗਜ਼ੈਕਟਲੀ ਸੇਮ, ਯੂਪੀਐਸਸੀ ਵੀ ਤਾਂ ਇਹੀ ਪੁੱਛਦਾ ਵਾ। ਜਦੋਂ ਜੇਕਰ ਤੁਸੀਂ ਕਦੀ ਯੂਪੀਐਸਸੀ ਦਾ ਜੀਐਸ 1 ਦਾ ਪੇਪਰ ਵੇਖਿਆ ਵਾ ਉੱਤੇ ਵੀ ਤਾਂ ਆਹੀ ਟੌਪਿਕ ਨੇ, ਤੁਹਾਡੀ ਹਿਸਟਰੀ ਹੈ, ਜੀਓਗ੍ਰਾਫੀ ਹੈ ਤੇ ਇੰਡੀਅਨ ਸੋਸਾਇਟੀ ਹੈ। ਸੋ ਇਹ ਬਿਲਕੁਲ ਹੀ ਓਵਰਲੈਪਿੰਗ ਹੈ। ਦੈਨ ਆਪਾਂ ਆਨੇ ਆ ਪੇਪਰ 2 ਤੇ ਐਗਜ਼ੈਕਟਲੀ ਆਹੀ ਆ, ਇੰਟਰਨੈਸ਼ਨਲ ਰਿਲੇਸ਼ਨ ਆ, ਇੰਡੀਅਨ ਪੋਲਿਟੀ ਆ, ਗਵਰਨੈਂਸ ਹੈ ਤੇ ਸੋਸ਼ਲ ਜਸਟਿਸ ਜਿਹੜਾ ਹੈ ਉਹ ਯੂਪੀਐਸਸੀ 'ਚ ਰਹਿੰਦਾ ਹੈ। ਉਸ ਤੋਂ ਬਾਅਦ ਇਕੋਨੋਮੀ ਪੇਪਰ 3 'ਚ ਥੋੜਾ ਜਿਹਾ ਚੇਂਜ ਹੈ, ਕਿਉਂਕਿ ਆਪਾਂ ਜੇ ਦੇਖੀਏ ਤਾਂ ਪੇਪਰ 3 ਦਾ ਜਿਹੜਾ ਸਾਡਾ ਯੂਪੀਐਸਸੀ ਦਾ ਸਿਲੇਬਸ ਹੈ ਉਹਨੂੰ ਬੇਸਿਕਲੀ ਡਿਵਾਈਡ ਕਰਤਾ 2 ਪੇਪਰਾਂ 'ਚ। ਤਾਂ ਜੀਐਸ 3 ਤੇ ਜੀਐਸ 4 ਜਿਹੜਾ ਹੈ ਉਹ ਇੱਕ ਕੰਬੀਨੇਸ਼ਨ ਕਰਕੇ ਯੂਪੀਐਸਸੀ ਦੇ ਜੀਐਸ 3 ਚ ਆਉਂਦਾ ਹੈ। ਤੇ ਇੱਥੇ ਸਾਡੇ ਕੋਲ ਇਕਨੋਮੀ ਹੈ, ਸਿਕਿਉਰਿਟੀ ਹੈ, ਸਾਇੰਸ ਐਂਡ ਟੈਕਨੋਲੋਜੀ ਹੈ, এনवायरमेंट ਹੈ। ਉਸ ਤੋਂ ਬਾਅਦ ਜਿਹੜੇ 2 ਟੌਪਿਕਸ ਨੇ ਸਟੈਟਿਸਟਿਕਸ, ਪ੍ਰੋਬਲਮ ਸੋਲਵਿੰਗ ਐਂਡ ਡਿਸੀਜਨ ਮੇਕਿੰਗ, ਇਹ ਤੁਹਾਨੂੰ ਐਡ ਆਨ ਜਿਹੜੇ ਹੈ ਉਹ ਰਹਿੰਦੇ ਹੈ। ਐਂਡ ਇਹਦਾ ਸਾਈਮਲਟੇਨੀਅਸ ਜਿਵੇਂ ਯੂਪੀਐਸਸੀ 'ਚ ਵੇਖਾਂ ਉੱਥੇ ਸਾਡਾ ਐਥਿਕਸ, ਇੰਟੀਗ੍ਰਿਟੀ ਤੇ ਐਪਟੀਟਿਊਡ ਐਕਸਟਰਾ ਹੈ। ਇੱਥੇ ਤੁਹਾਨੂੰ ਉਹਦੀ ਜਗ੍ਹਾ ਤੇ 3 ਟੌਪਿਕਸ ਪ੍ਰੋਬਲਮ ਸੋਲਵਿੰਗ, ਡਿਸੀਜਨ ਮੇਕਿੰਗ ਤੇ ਸਟੈਟਿਸਟਿਕ ਜਿਹੜਾ ਉਹ ਕਰਨਾ ਪੈਣਾ। ਬਟ 70 to 80% ਸਿਲੇਬਸ ਜਿਹੜਾ ਹੈ ਇਹ ਉਹੀ ਆ ਜਿਹੜਾ ਯੂਪੀਐਸਸੀ ਪੁੱਛ ਰਿਹਾ।
डू यू अंडरस्टैंड वाई एम टाइम एंड अगेन प्रेसिंग अपॉन यूपीएससी? क्योंकि सर ਜਦੋਂ ਹਿੰਦੁਸਤਾਨ ਦੇ ਵਿੱਚ ਗੱਲ ਆਉਂਦੀ ਹੈ ਕਿ ਸਿਵਲ ਸਰਵਿਸ ਐਗਜ਼ਾਮ ਦੇ ਕੰਡਕਟ ਕਰਾਉਣ ਦੀ ਜਾਂ ਫਿਰ ਪੇਪਰ ਨੂੰ ਫਰੇਮ ਕਿੱਦਾਂ ਕੀਤਾ ਜਾਵੇਗਾ, ਇਵੈਲੂਏਸ਼ਨ ਕਿਸ ਗਰਾਊਂਡ ਤੇ ਹੋਵੇਗੀ, ਤਾਂ ਅਨਡਾਊਟਡਲੀ ਜਿਹੜਾ ਬੈਂਚਮਾਰਕ ਹੈ ਉਹ ਕੰਸੀਡਰ ਕੀਤਾ ਜਾਵੇਗਾ ਯੂਪੀਐਸਸੀ ਨੂੰ। ਦਿਸ ਇਜ਼ ਨਾਟ ਓਨਲੀ ਵਿਦ ਰਿਸਪੈਕਟ ਟੂ ਪੰਜਾਬ ਪੀਸੀਐਸ ਬਟ ਕਿਸੇ ਵੀ ਸਟੇਟ ਦਾ ਪੀਸੀਐਸ, ਸਟੇਟ ਪੀਸੀਐਸ ਤੁਸੀਂ ਪੇਪਰ ਚੱਕ ਕੇ ਵੇਖੋਗੇ ਯੂ ਵਿਲ ਰਿਅਲਾਈਜ਼ ਕਿ ਮੈਜੋਰਿਟੀ ਆਫ ਦੀ ਥਿੰਗਸ ਆਰ ਆਈਦਰ ਦੀ ਰੈਪਲੀਕਾ ਆਫ ਵਾਟ ਯੂਪੀਐਸਸੀ ਆਸ ਜਾਂ ਫਿਰ ਉਹ ਕੁਝ ਨਾ ਕੁਝ ਅਲਾਈਨ ਕਰਨ ਦੀ ਕੋਸ਼ਿਸ਼ ਕਰਦੇ ਨੇ ਯੂਪੀਐਸਸੀ ਐਗਜ਼ਾਮ ਦੇ ਨਾਲ। ਸੋ ਇਫ बेंचमार्क और दी स्टैंडर्ड ਜਿਹੜਾ ਹਰ ਸਟੇਟ ਪੀਸੀਐਸ ਲੁੱਕ ਅਪਨ ਕਰਦਾ ਹੈ ਉਹ ਯੂਪੀਐਸਸੀ ਹੈ, ਤਾਂ ਫਿਰ ਪ੍ਰੈਪਰੇਸ਼ਨ ਵੀ ਯੂਪੀਐਸਸੀ ਦੇ ਤਰੀਕੇ ਦੀ ਹੋਣੀ ਚਾਹੀਦੀ ਹੈ, ਆਨਸਰ ਰਾਈਟਿੰਗ ਵੀ ਯੂਪੀਐਸਸੀ ਦੇ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਪੇਪਰ ਲਿਖਣ ਦਾ ਤਰੀਕਾ ਜਿਹੜਾ ਹੈ ਉਹ ਵੀ ਯੂਪੀਐਸਸੀ ਦਾ ਹੋਣਾ ਚਾਹੀਦਾ ਹੈ। ਉਸੇ ਚੀਜ਼ ਨੂੰ ਟਾਰਗੇਟ ਕਰਦੇ ਹੋਏ ਸੁਣਿਆ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਲੈ ਕੇ ਆਇਆ ਜਿਹਦੀ ਮੈਂ ਸਟਾਰਟਿੰਗ 'ਚ ਗੱਲ ਕਰ ਰਿਹਾ ਸੀ। ਉਸ ਪ੍ਰੋਗਰਾਮ ਦੇ ਵਿੱਚ ਆਪਾਂ ਹੁਣ ਇਹ ਤਾਂ ਤੁਸੀਂ ਰਿਅਲਾਈਜ਼ ਕਰ ਗਏ ਹੋਗੇ ਕਿ ਸਾਨੂੰ ਇਸ ਪੂਰੇ ਸਿਲੇਬਸ ਨੂੰ ਪੜ੍ਹ ਕੇ ਸਮਝਣ ਦੀ ਲੋੜ ਹੈ, ਇਹਨੂੰ ਰਿਵਾਈਜ਼ ਕਰਨ ਦੀ ਲੋੜ ਹੈ, ਇਹਦੇ ਆਨਸਰ ਲਿਖਣ ਦੀ ਲੋੜ ਹੈ। ਉਹੀ ਚੀਜ਼ ਨੂੰ, ਉਹੀ ਡਿਮਾਂਡ ਨੂੰ ਆਪਾਂ ਫੁਲਫਿਲ ਕਰਾਂਗੇ ਵਿਦ ਦੀ ਹੈਲਪ ਆਫ ਦੀ ਪ੍ਰੋਗਰਾਮਸ ਦੈਟ ਆਈ ਐਮ ਗੋਣਾ ਟੈਲ ਯੂ ਨਾਓ। ਸਭ ਤੋਂ ਪਹਿਲਾਂ ਤੁਹਾਡੇ ਲਈ ਆਉਂਦਾ ਹੈ ਵਜਰ ਬੈਚ। ਹੁਣ ਵਜਰ ਬੈਚ ਕੀ ਹੈ? ਤੁਸੀਂ ਹੁਣੇ ਵੇਖਿਆ ਮੇਰੇ ਨਾਲ ਵੀ ਆਪਾਂ ਹਿਸਟਰੀ ਵੀ ਪੜ੍ਹਨੀ, ਆਪਾਂ ਜੋਗਰਾਫੀ ਵੀ ਪੜ੍ਹਨੀ, ਆਪਾਂ ਸੋਸਾਇਟੀ, ਇਕੋਨੋਮੀ, ਇੰਟਰਨੈਸ਼ਨਲ ਰਿਲੇਸ਼ਨ ਹੈ, ਸਿਕਿਉਰਿਟੀ ਹੈ, एनवायरमेंट ਹੈ, ਆ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਾਰਟ ਆਫ ਸਿਲੇਬਸ ਨੇ। ਤੇ ਹੁਣ ਸਾਡੇ ਕੋਲ ਕੀ ਤੁਹਾਨੂੰ ਲੱਗਦਾ ਕਿ ਇੰਨਾ ਟਾਈਮ ਹੈ ਕਿ ਤੁਸੀਂ ਇੰਡੀਪੈਂਡੈਂਟਲੀ ਆਪ ਕਿਤਾਬਾਂ ਲੱਭੋ? ਪਹਿਲਾਂ ਯੂ ਵਿਲ ਹੈਵ ਟੂ ਲੁੱਕ ਫॉर ਦੀ ਸੋਰਸਿਸ। ਤੁਸੀਂ ਇੱਕ ਬੁੱਕ ਫਾਈਂਡ ਆਊਟ ਕਰੋਗੇ, ਉਸ ਪੂਰੀ ਬੁੱਕ ਨੂੰ ਪੜੋਗੇ, ਉਹਨੂੰ ਸਮਰਾਈਜ਼ ਕਰੋਗੇ, ਉਹਦੇ ਨੋਟਸ ਬਣਾਓਗੇ, ਉਸ ਤੋਂ ਬਾਅਦ ਉਹਦੀ ਆਨਸਰ ਰਾਈਟਿੰਗ ਕਰੋਗੇ, ਪ੍ਰੈਕਟਿਸ ਕਰੋਗੇ, ਪੀਵਾਈਕਿਊ ਸੋਲਵ ਕਰੋਗੇ। ਸੋ ਉਹ ਸਾਰੇ ਦੇ ਸਾਰੀ ਜਿਹੜੀ ਰਿਕੁਆਇਰਮੈਂਟ ਹੈ ਉਹਨੂੰ ਆਪਾਂ ਫੁਲਫਿਲ ਕਰਾਂਗੇ ਥਰੂ ਵੇਰੀਅਸ ਪ੍ਰੋਗਰਾਮਸ। ਸਭ ਤੋਂ ਪਹਿਲਾਂ ਆਂਦਾ ਸਾਡਾ ਵਜਰ ਬੈਚ। ਵਜਰ ਬੈਚ ਇਜ਼ ਨਥਿੰਗ ਬਟ ਇਸ ਐਂਟਾਇਰ ਸਿਲੇਬਸ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹਦੀਆਂ ਰਿਵੀਜ਼ਨ ਕਲਾਸਿਸ ਨੇ। ਸੋ ਤੁਹਾਡਾ ਰੋਲ ਸਿਰਫ ਇੰਨਾ ਰਹੇਗਾ ਕਿ ਤੁਸੀਂ ਵਜਰ ਬੈਚ ਦੀ ਕਲਾਸਿਸ ਨੂੰ ਔਨ ਕਰੋਗੇ, ਤੁਸੀਂ ਇਸ ਕਲਾਸ ਨੂੰ ਦੇਖੋਗੇ, ਭਾਵੇਂ ਤੁਹਾਡੀ ਹਿਸਟਰੀ ਹੋਵੇ, ਭਾਵੇਂ ਜੋਗਰਾਫੀ ਹੋਵੇ, ਭਾਵੇਂ ਸੋਸਾਇਟੀ ਦੀ ਗੱਲ ਹੋਵੇ, ਇੰਟਰਨੈਸ਼ਨਲ ਰਿਲੇਸ਼ਨ ਹੋਵੇ, ਹਰ ਇੱਕ ਸਬਜੈਕਟ ਦੇ ਇੱਕ ਟੌਪਿਕ ਨੂੰ ਇਨ ਡੈਪਥ ਇਨ ਡਿਟੇਲ ਇੱਥੇ ਕਵਰ ਕੀਤਾ ਜਾਵੇਗਾ। ਨਾ ਕਿ ਕੇਵਲ ਕਵਰ ਕੀਤਾ ਜਾਵੇਗਾ ਬਲਕਿ ਤੁਹਾਨੂੰ ਇਹ ਸਿਖਾਇਆ ਜਾਵੇਗਾ ਕਿ ਕਿਵੇਂ ਤੁਸੀਂ ਇਸ ਟੌਪਿਕ ਤੋਂ ਜੇਕਰ ਸਵਾਲ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ ਤੇ ਕਿੱਦਾਂ ਉਹਨੂੰ ਆਨਸਰ ਕਰਨਾ ਹੈ, ਕਿਉਂਕਿ ਉਹਦਾ ਇੱਕ ਫਾਰਮੈਟ ਹੈ। ਤੁਸੀਂ ਸਪੋਜ਼ ਇੱਕ ਬੁੱਕ ਪੜ੍ਹਦੇ ਹੋ, ਫॉर एग्जांपल ਇੰਡੀਅਨ ਪੋਲਿਟੀ ਵਾਸਤੇ ਬੜੀ ਫੇਮਸ ਬੁੱਕ ਹੈ ਤੁਹਾਡੀ ਲక్ష్ਮੀਕਾਂਤ। ਤੁਸੀਂ ਲక్ష్ਮੀਕਾਂਤ 'ਚ ਸਪੋਜ਼ ਜੇਕਰ ਪਾਰਲੀਮੈਂਟ ਚੈਪਟਰ ਪੜ੍ਹ ਰਹੇ ਹੋ, ਤੁਸੀਂ ਵੇਖਿਆ ਹੋਣਾ ਪਾਰਲੀਮੈਂਟ ਚੈਪਟਰ 10 ਤੋਂ 12 ਪੇਜਾਂ ਦਾ ਹੈ, ਬਟ ਜਦ ਐਗਜ਼ਾਮ 'ਚ ਤੁਹਾਡੇ ਕੋਲ ਪਾਰਲੀਮੈਂਟ ਦੇ ਉੱਤੇ ਕੁਐਸਚਨ ਆਵੇਗਾ ਪੋਲਿਟਿਕਸ ਦਾ, ਯੂ ਕੈਨ ਨਾਟ ਗੋ ਐਂਡ ਰਾਈਟ ਦੋਸ 10 to 12 ਪੇजेस, ਯੂ ਵਿਲ ਹੈਵ ਟੂ ਸਮਰਾਈਜ਼ ਇਟ ਇਨ ਦੀ ਫਾਰਮੈਟ ਵਿਚ ਆਨਸਰ ਕੈਨ ਬੀ ਰਿਟਨ, ਕਿਉਂਕਿ ਤੁਸੀਂ 10 ਤੋਂ 12 ਪੇਜ ਤਾਂ ਉੱਥੇ ਨਹੀਂ ਲਿਖ ਸਕਦੇ। ਸੋ ਇਸ ਤਰੀਕੇ ਦੇ ਨਾਲ ਤੁਹਾਨੂੰ ਉਸ ਟੌਪਿਕ ਨੂੰ ਐਕਸਪਲੇਨ ਕੀਤਾ ਜਾਵੇਗਾ ਕਿ ਕਿੱਦਾਂ ਤੁਸੀਂ ਉਸ ਪੂਰੇ ਟੌਪਿਕ ਨੂੰ ਇੱਕ ਆਨਸਰ ਦੇ ਫਾਰਮੈਟ 'ਚ ਸਮਰਾਈਜ਼ ਕਰਕੇ ਲਿਖਣਾ ਹੈ। ਦਿਸ ਵਿਲ ਬੀ ਟੇਕਨ ਕੇਅਰ ਫॉर ऑल योर जीएस पेपर, GS 1 2 3 4 एंड along with that ਐਸੇ ਦੀ ਕਲਾਸਿਸ ਤੁਹਾਨੂੰ ਮਿਲਣਗੀਆਂ, ਕਿਉਂਕਿ ਆਪਣੇ ਕੋਲ 3 ਐਸੇ ਜਿਹੜੇ ਅਸੀਂ ਲਿਖਣੇ ਹੁੰਦੇ ਆ ਪੰਜਾਬ ਪੀਸੀਐਸ ਤੇ। ਉਹ ਐਸੇ ਕਿੱਦਾਂ ਲਿਖੇ ਜਾਣਗੇ, ਵਾਟ ਆਰ ਦੀ ਪੋਸੀਬਲ ਐਸੇਸ ਦੈਟ ਕੈਨ ਬੀ ਆਸਕਡ ਇਨ ਐਗਜ਼ਾਮ। ਅਗੇਨ ਜੋ ਉਹੀ ਚੀਜ਼ ਜੋ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ ਕਿ ਯੂਪੀਐਸਸੀ ਤੋਂ ਕਾਫੀ ਜ਼ਿਆਦਾ ਇਨਸਪਾਇਰਡ ਰਹਿੰਦੇ ਨੇ ਸਟੇਟ ਪੀਸੀਐਸ ਐਗਜ਼ਾਮਸ ਤੇ। देयर इज अ हायर प्रोबेबिलिटी दैट अ टॉपिक ਜਿਹੜਾ ਕਦੀ ਯੂਪੀਐਸਸੀ ਨੇ ਪਾਸਟ ਵਿੱਚ ਪੁੱਛਿਆ ਸੀ ਉਹ ਤੋਂ ਰਿਲੇਟਡ ਐਸੇ ਸਾਨੂੰ ਆ ਸਕਦੇ ਆ। ਸੋ ਵੀਲ ਪ੍ਰੈਕਟਿਸ ਦੋਸ ਐਸੇਸ, ਕਿੱਦਾਂ ਐਸੇ ਲਿਖਣਾ, ਕਿੱਦਾਂ ਅਪਰੋਚ ਕਰਨਾ ਹੈ, ਕਿਉਂਕਿ ਵੈਨ ਵੀ ਆਰ ਰਾਈਟਿੰਗ ਐਨ ਆਨਸਰ, ਵੈਨ ਵੀ ਆਰ ਰਾਈਟਿੰਗ ਐਨ ਐਸੇ, ਦਾ ਅਪਰੋਚ ਇਜ਼ ਟੋਟਲੀ ਡਿਫਰੈਂਟ। ਸੋ ਹਾਊ ਟੂ ਅਪਰੋਚ ਦੀ ਆਨਸਰ, ਹਾਊ ਟੂ ਅਪਰੋਚ ਦੀ ਐਸੇ, ਇਹ ਚੀਜ਼ਾਂ ਤੁਹਾਨੂੰ ਇੱਥੇ ਸਿਖਾਈਆਂ ਜਾਣਗੀਆਂ। ਆਈਡੀਆ ਲਾਈਨ ਬੜਾ ਸਿੰਪਲ ਜਿਹਾ ਹੈ ਕਿ ਜਦੋਂ ਤੁਸੀਂ ਵਜਰ ਬੈਚ ਨੂੰ ਖੋਲ ਕਰਕੇ ਬੈਠੋਗੇ ਤਾਂ ਤੁਹਾਨੂੰ ਰਿਵੀਜ਼ਨ ਵਿੱਚ ਬਹੁਤ ਹੀ ਜ਼ਿਆਦਾ ਕਨਵੀਨੀਅੰਸ ਹੋਣ ਵਾਲੀ ਹੈ। ਜਿਹੜੀ ਰਿਵੀਜ਼ਨ ਕਰਨ 'ਚ ਤੁਹਾਨੂੰ ਸ਼ਾਇਦ ਇੱਕ ਸਬਜੈਕਟ ਦੇ 10 ਤੋਂ 15 ਦਿਨ ਲੱਗਦੇ ਹੋ, ਅਸੀਂ ਉਹਨੂੰ ਕੱਟ ਸ਼ਾਰਟ ਕਰਕੇ ਬਹੁਤ ਹੀ ਲਿਮਿਟਿਡ ਟਾਈਮ 'ਚ ਤੁਹਾਡਾ ਪੂਰਾ ਦਾ ਪੂਰਾ ਸਿਲੇਬਸ ਜਿਹੜਾ ਹੈਗਾ ਉਹ ਰਿਵਾਈਜ਼ ਕਰਾ ਦੇਵਾਂਗੇ। ਸੋ ਜਦੋਂ ਸਿਲੇਬਸ ਦੀ ਰਿਵੀਜ਼ਨ ਸਾਡੀ ਹੋ ਜਾਂਦੀ ਹੈ ਦੈਨ ਵਿਲ ਮੂਵ ਔਨ ਟੂ ਨੈਕਸਟ ਪਾਰਟ। ਹੁਣ ਸਿਲੇਬਸ ਦੀ ਰਿਵੀਜ਼ਨ ਜਦੋਂ ਤੁਸੀਂ ਕਰ ਰਹੇ ਹੋ, ਜਦੋਂ ਤੁਸੀਂ ਵਜਰ ਬੈਚ ਦੀ ਕਲਾਸਿਸ ਨੂੰ ਅਟੈਂਡ ਕਰ ਰਹੇ ਹੋਗੇ, ਸਾਈਮਲਟੇਨੀਅਸਲੀ ਤੁਸੀਂ ਉਹਨਾਂ ਕਲਾਸਿਸ ਨੂੰ ਕੰਪਲੀਮੈਂਟ ਕਰਨਾ ਹੈ ਵਿਦ ਦੀ ਬੁੱਕਸ। ਸੋ ਅਸੀਂ ਤੁਹਾਨੂੰ ਪੰਜਾਬ ਪੀਸੀਐਸ ਦੇ ਮੇਨਸ ਵਾਸਤੇ ਕੁਝ ਬੁੱਕਸ ਜਿਹੜੀਆਂ ਉਹ ਪ੍ਰੋਵਾਈਡ ਕਰਾਂਗੇ। ਇਹਨਾਂ ਬੁੱਕਸ ਦੇ ਵਿੱਚ ਤੁਹਾਡੇ ਹਰ ਟੌਪਿਕ ਜਿਹੜਾ ਉਹ ਕਵਰ ਹੋਵੇਗਾ ਐਂਡ ਕਵਰ ਕਰਨ ਦਾ ਤਰੀਕਾ ਉਹੀ ਹੈ। ਇੱਥੇ ਤੁਹਾਨੂੰ ਐਕਸਪਲੇਨੇਸ਼ਨ ਤੋਂ ਜ਼ਿਆਦਾ ਇੰਪਲੀਮੈਂਟੇਸ਼ਨ ਤੇ ਧਿਆਨ ਦਿੱਤਾ ਜਾਵੇਗਾ ਕਿ ਜਿਹੜਾ ਟੌਪਿਕ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਫॉर एग्जांपल ਜੇ ਡਾਇਰੈਕਟ ਟੌਪਿਕ ਉਹ ਐਗਜ਼ਾਮ 'ਚ ਆ ਜਾਂਦਾ ਤੇ ਆਪਾਂ ਉਹਦਾ ਆਨਸਰ ਕਿੱਦਾਂ ਲਿਖਣਾ ਉਹਦੇ ਬਾਰੇ ਆਪਾਂ ਇੱਥੇ ਗੱਲ ਕਰਾਂਗੇ। ਫॉर एग्जांपल ਇੱਕ ਸਿਕਿਉਰਿਟੀ ਤੋਂ ਰਿਲੇਟਡ ਇੱਕ ਸੈਂਪਲ ਨੋਟਸ ਮੈਂ ਇੱਥੇ ਤੁਹਾਨੂੰ ਸ਼ੋ ਕਰ ਰਿਹਾ। ਜੇ ਤੁਸੀਂ ਧਿਆਨ ਨਾਲ ਵੇਖੋ, ਇਫ ਯੂ ਆਰ ਏਬਲ ਟੂ ਰੀਡ, ਇਟ ਇਜ਼ ਟਾਕਿੰਗ ਅਬਾਊਟ ਡਰੱਗਸ ਟ੍ਰੇਡ ਐਂਡ ਡਰੱਗਸ ਇਜ਼ ਸਮਥਿੰਗ which can be a very obvious topic because of the drug menace that we have been facing in states, whether it is Punjab or nearby states. So drugs the issue ਨੂੰ ਲੈ ਕਰਕੇ there is a higher possibility that a question can be asked, and drugs is something ਜਿਹਦੇ ਬਾਰੇ ਤੁਸੀਂ ਸਭ ਜਾਣਦੇ ਹੋਗੇ। If I tell you to have a debate, if I tell you to have a discussion on drugs, you may go on speaking for 15 minutes 20 minutes। ਕਈ ਵਾਰ ਲੋਕੀ ਅੱਧਾ ਪੌਣਾ ਘੰਟਾ ਵੀ ਡਰੱਗਸ ਦੇ ਬਾਰੇ ਚ ਗੱਲ ਜਿਹੜੀ ਉਹ ਕਰ ਸਕਦੇ ਆ, but the moment you tell them ਕਿ ਜੋ ਜਿੰਨਾ ਤੁਸੀਂ ਚੀਜ਼ਾਂ ਡਰੱਗਸ ਬਾਰੇ ਦੱਸੀਆਂ ਨੇ, ਇਹਨੂੰ ਤੁਸੀਂ ਪੈਨ ਐਂਡ ਪੇਪਰ ਲੈ ਕੇ 200-250 ਵਰਡ ਦਾ ਆਨਸਰ ਲਿਖੋ ਤੇ ਉੱਥੇ ਉਹਨਾਂ ਨੂੰ ਪ੍ਰੋਬਲਮ ਆ ਜਾਂਦੀ ਹੈ। ਉਸ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਸਾਡੀਆਂ ਇਹ ਬੁੱਕਸ ਜਿਹੜੀਆਂ ਨੇ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰਨਗੀਆਂ। ਇਫ ਯੂ ਕੈਨ ਕਲੋਜ਼ਲੀ ਲੁੱਕ, ਫॉर एग्जांपल ਜੇ ਡਰੱਗਸ ਦੀ ਪ੍ਰੋਬਲਮ ਆਏਗੀ ਤਾਂ ਡਰੱਗਸ ਦੀ ਪ੍ਰੋਬਲਮ ਕਿਉਂ ਹੈ, ਇਹੋ ਜਿਹੇ ਕੀ ਰੀਜ਼ਨਸ ਨੇ ਕਿ ਸਾਡੇ ਪੰਜਾਬ ਜਾਂ ਇਨ ਜਨਰਲ ਇੰਡੀਆ ਦੇ ਵਿੱਚ ਡਰੱਗਸ ਦੀ ਪ੍ਰੋਬਲਮ ਹੈ। ਸੋ देयर हैव टू बी ਮਲਟੀਪਲ ਰੀਜ਼ਨਸ। ਜੇ ਤੁਸੀਂ ਸੋਚੋਗੇ ਤਾਂ ਤੁਸੀਂ 2 4 5 ਰੀਜ਼ਨਸ ਡੈਫੀਨੇਟਲੀ ਵਿਦ ਇਨ ਅ ਮਿੰਟ ਤੁਸੀਂ
ਇਜਾਦ ਕਰ ਪਾਓਗੇ, ਤੁਸੀਂ ਸੋਚ ਪਾਓਗੇ ਕਿ ਕਿੰਨਾ ਕਰਕੇ ਪੰਜਾਬ ਜਾਂ ਇੰਡੀਆ ਦੇ ਵਿੱਚ ਡਰੱਗਸ ਦੀ ਪ੍ਰੋਬਲਮ ਹੈ। ਬਟ ਜੇ ਆਪਾਂ ਉਹਨੂੰ ਆਨਸਰ ਦੇ ਫਾਰਮੈਟ 'ਚ ਲਿਖੀਏ, ਸੋ ਇਟ ਹੈਜ਼ ਟੂ ਬੀ ਰਿਟਨ ਇਨ ਦੀ ਫਾਰਮ ਇਨ ਵਿਚ ਯੋਰ ਆਨਸਰ ਲੁਕਸ ਬੈਟਰ ਦੈਨ ਅਦਰਸ। ਇੱਕ ਚੀਜ਼ ਹਮੇਸ਼ਾ ਧਿਆਨ ਰੱਖਿਓ, ਜਦੋਂ ਆਪਾਂ ਪ੍ਰੀ ਦੀ ਤਿਆਰੀ ਕਰਦੇ ਹਾਂ ਤੇ ਸਾਡਾ ਬੜਾ ਸਿੰਪਲ ਜਿਹਾ ਤਰੀਕਾ ਰਹਿੰਦਾ ਹੈ ਕਿ ਜਾਂ ਤੁਹਾਨੂੰ ਕੁਐਸਚਨ ਆਉਂਦਾ ਜਾਂ ਨਹੀਂ ਆਉਂਦਾ। ਦੈਟਸ ਵਾਈ ਇਟ ਇਜ਼ ਐਨ ਆਬਜੈਕਟਿਵ ਐਗਜ਼ਾਮ, ਆਈਦਰ ਯੂ ਨੋ ਦੀ ਆਨਸਰ, ਆਈਦਰ ਯੂ ਡੋਂਟ ਨੋ ਦੀ ਆਨਸਰ। ਬਟ ਵੈਨ ਇਟ ਕਮਸ ਟੂ ਮੇਨਸ ਐਗਜ਼ਾਮੀਨੇਸ਼ਨ, ਤੁਹਾਡੇ ਨਾਲ ਜਿੰਨੇ ਵੀ ਲੋਕੀ, ਜਿੰਨੇ ਵੀ ਸਟੂਡੈਂਟ, ਜਿੰਨੇ ਵੀ ਐਸਪੀਰੈਂਟਸ ਮੇਨਸ ਲਿਖਣਗੇ, ਉਹਨਾਂ ਸਾਰਿਆਂ ਨੂੰ ਹਰ ਟੌਪਿਕ ਦੀ ਜਾਣਕਾਰੀ ਹੋਵੇਗੀ। ਦੀ ਓਨਲੀ ਡਿਫਰੈਂਸ ਇਜ਼ ਕਿ ਤੁਹਾਡਾ ਆਨਸਰ ਤੁਹਾਡੇ ਕੰਪੀਟੀਸ਼ਨ ਤੋਂ ਕਿੰਨਾ ਜ਼ਿਆਦਾ ਬੈਟਰ ਹੈ, ਉਹਦੇ ਉੱਤੇ ਡਿਪੈਂਡ ਕਰੇਗਾ ਕਿ ਤੁਸੀਂ ਇਸ ਐਗਜ਼ਾਮ ਨੂੰ ਕੁਆਲੀਫਾਈ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਹੋ। ਸੋ ਫॉर एग्जांपल ਇੱਕ ਤਰੀਕਾ ਤੁਹਾਨੂੰ ਮੈਂ ਦੱਸਦਾ ਕਿ what are the factors that contribute to the problem of drugs in India. So can we divide it in this format? For example, let us think of geographical reasons. आओ सोचिए जरा कि geographical reasons ਕੀ ਹੋ ਸਕਦੇ ਨੇ, ਕਿਉਂ ਇੰਡੀਆ ਦੇ ਵਿੱਚ ਡਰੱਗਸ ਦੀ ਪ੍ਰੋਬਲਮ ਜਿਹੜੀ ਹੈ ਉਹ ਐਗਜ਼ਿਸਟ ਕਰਦੀ ਹੈ। ਤਾਂ ਦੱਸਣ ਦੀ ਲੋੜ ਨਹੀਂ, ਤੁਸੀਂ ਬਹੁਤ ਵਾਰ ਪੜ੍ਹਿਆ ਹੋਣਾ, ਦੋ ਸਟ੍ਰੈਟੇਜਿਕ ਲੋਕੇਸ਼ਨਸ। बेसिकली इंडिया दी जोग्राफिकल लोकेशन कुछ इस तरीके दी है दैट इट इज सैंडविच बिटवीन टू ऑफ द एरियाज विच आर नोन फॉर द प्रोडक्शन ऑफ ड्रग्स in the form of opium. So opium growing areas ਜਿਹੜੇ ਨੇ ਉਹ ਇੰਡੀਆ ਦੇ ਦੋ ਸਰਾਊਂਡਿੰਗਸ ਦੇ ਵਿੱਚ ਦੇਖੇ ਜਾਂਦੇ ਨੇ। ਜਦੋਂ ਮੈਂ ਗੱਲ ਕਰਾਂ ਤੇ ਇਸ ਪਾਸੇ ਤੁਹਾਡਾ ਹੈਗਾ 골ਡਨ ਕ੍ਰਿਸੈਂਟ, whereas ਇਸ ਤਰਫ ਯੂ ਹੈਵ ਦੀ golden triangle. ਹੁਣ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਹੈ। when we come towards the western side of India we have Pakistan, Iran and Afghanistan. So Pakistan, Iran and Afghanistan ਦੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਓਪੀਅਮ ਗਰੋ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਉਸ ਤੋਂ ਇਲਾਵਾ when I come to the eastern side of borders towards Bay of Bengal we have countries like Myanmar, Vietnam, Thailand. So ਇੱਥੇ ਵੀ ਤੁਹਾਡੀ illicit opium ਜਿਹੜੀ ਹੈ ਉਹ grow ਕੀਤੀ ਜਾਂਦੀ ਹੈ। ਤੇ when in both the surroundings we have the drugs being grown in the form of opium, then it becomes very easy for this country to be accessed and the drugs to be traded inside. So ਇੱਕ geographical reason ਇਹ ਹੋ ਗਿਆ। ਉਸ ਤੋਂ ਬਾਅਦ ਸਾਡੇ ਬਾਰਡਰ ਜਿਹੜੇ ਨੇ, whether it is from Pakistan, whether it is through Nepal or all those countries that we share our border with, they are very vulnerable. So ਬਹੁਤ easily ਉੱਥੋਂ ਇਸ ਤਰੀਕੇ ਦੇ ਜਿਹੜੇ illicit material drugs ਜਿਹੜੇ ਨੇ ਉਹ cross ਕਰਾਏ ਜਾ ਸਕਦੇ ਨੇ। then people in those areas have cross border connections. ਤੁਸੀਂ ਪੰਜਾਬ ਦੇ in particular ਜਿਹੜੇ border districts ਨੇ, for example ਜਿੱਦਾਂ ਗੁਰਦਾਸਪੁਰ ਹੈ, ਤੇ ਬਹੁਤ ਵਾਰ ਇਦਾਂ ਦੇ incidents ਦੇਖਣ ਨੂੰ ਮਿਲਦੇ ਆ ਕਿ ਡਰੋਨ ਜਿਹੀ ਟੈਕਨੋਲੋਜੀ ਯੂਜ਼ ਕਰਕੇ ਡਰੱਗਸ ਜਿਹੜੇ ਨੇ ਉਹ ਬਾਰਡਰ ਦੇ ਇਸ ਤਰਫ ਜਿਹੜੇ ਨੇ ਉਹ ਡ੍ਰੌਪ ਕੀਤੇ ਜਾਂਦੇ ਨੇ। ਸੋ ਉਹ ਇੱਕ ਜੋਗ੍ਰਾਫਿਕਲ ਰੀਜ਼ਨ ਜਾਂ ਇਹ 3 ਤੋਂ 4 ਪੁਆਇੰਟ ਸਾਡੇ ਜੋਗ੍ਰਾਫਿਕਲ ਰੀਜ਼ਨ ਨੇ। then we have more reasons in this regard. For example, apart from geographical reason we have societal reasons or what we call as the social reasons for the rise of drugs or for the problem of drugs. So it is social reasons ਦੀ when I ਜਦੋਂ ਮੈਂ ਗੱਲ ਕਰਾਂ when I talk about it ਤੇ ਇਦਾਂ ਇੱਥੇ ਚੀਜ਼ਾਂ ਆਉਂਦੀਆਂ ਨੇ। peer pressure, ਬਹੁਤ ਵਾਰ ਤੁਸੀਂ ਦੇਖਿਆ ਹੋਣਾ ਕਿ ਕੋਈ ਬੱਚਾ ਜਿਹੜਾ ਹੈ ਉਹ ਸਿਰਫ ਇਸ ਕਰਕੇ ਡਰੱਗਸ ਦੀ ਪ੍ਰੋਬਲਮ ਦੇ ਵਿੱਚ ਫਸ ਗਿਆ ਕਿਉਂਕਿ ਉਹਨੇ ਆਪਣੀ ਸਰਾਊਂਡਿੰਗ 'ਚ ਵੇਖਿਆ ਕਿ ਦੋਸਤ ਜਿਹੜੇ ਸੀਗੇ ਉਹ ਇਦਾਂ ਦੀ ਚੀਜ਼ਾਂ ਨੂੰ ਕੰਜ਼ਿਊਮ ਕਰ ਰਹੇ ਸੀ ਤੇ ਉਹ ਤੋਂ ਪੀਅਰ ਪ੍ਰੈਸ਼ਰ ਇੱਕ ਪ੍ਰੋਬਲਮ ਬਣ ਜਾਂਦੀ ਹੈ। ਕਈ ਵਾਰ ਐਕਸਪੈਰੀਮੈਂਟੇਸ਼ਨ ਬਹੁਤ ਵਾਰ ਦਿਮਾਗ 'ਚ ਆਉਂਦਾ ਕਿ ਯਾਰ ਕਰਕੇ ਵੇਖਦੇ ਹਾਂ ਕੀ ਹੋ ਜਾਂਦਾ ਹੈ। ਤਾਂ ਉਹ ਜਿਹੜੀ ਐਕਸਪੈਰੀਮੈਂਟੇਸ਼ਨ ਹੈ ਉਹ ਤੁਹਾਡੇ ਵਾਸਤੇ ਇੱਕ ਪ੍ਰੋਬਲਮ ਬਣ ਸਕਦੀ ਹੈ ਇਸ ਡਰੱਗਸ ਦੀ ਨੂੰ ਸਪਰੈਡ ਕਰਨ ਦੀ। ਦੈਨ ਰੀਕ੍ਰੀਏਸ਼ਨ ਵਾਸਤੇ ਕਿ ਇੱਕ ਵਾਰ ਵੇਖੀਏ ਤਾਂ ਸਹੀ, ਮਜ਼ਾ ਆਊਗਾ, ਹੈ ਕਿ ਨਹੀਂ। ਇਨ ਰੀਸੈਂਟ ਟਾਈਮਸ ਨਾਈਟ ਆਊਟ ਦਾ ਟ੍ਰੈਂਡ, ਦੋਸਤਾਂ ਨਾਲ ਜਾ ਕੇ ਬਾਹਰ ਰਹਿਣ ਦਾ ਟ੍ਰੈਂਡ ਜਿਹੜਾ ਵੱਧਦਾ ਜਾ ਰਿਹਾ, ਤੇ ਉੱਥੇ ਜਾ ਕੇ ਤੁਸੀਂ ਇਸ ਤਰੀਕੇ ਦੀ ਚੀਜ਼ਾਂ ਐਕਸਪੈਰੀਮੈਂਟ ਕਰਦੇ ਹੋ ਕਿ ਤੁਹਾਨੂੰ ਮਜ਼ਾ ਆਏਗਾ। ਦੈਨ ਕਈ ਵਾਰ ਲੋਕਾਂ ਨੇ ਮੈਂਟਲ ਸਟ੍ਰੈਸ ਨੂੰ ਡੀਲ ਕਰਨ ਵਾਸਤੇ ਇਸ ਤਰੀਕੇ ਦੀ ਚੀਜ਼ਾਂ ਦਾ ਇਸਤੇਮਾਲ ਜਿਹੜਾ ਕਰਨਾ ਸ਼ੁਰੂ ਕੀਤਾ। ਤਾਂ ਵੀ ਹੈਵ 3 to 4 points for social reasons also. Then we have economic reasons also. ਬਹੁਤ ਸਾਰੇ ਲੋਕੀ ਇਸ ਕਰਕੇ ਡਰੱਗਸ 'ਚ ਫਸ ਜਾਂਦੇ ਆ ਕਿਉਂਕਿ ਇਕਨੋਮਿਕ ਬੈਕਗ੍ਰਾਉਂਡ ਇੰਨਾ ਸਟਰੋਂਗ ਨਹੀਂ ਹੈ। ਕਦੀ ਕਿਸੇ ਨੇ ਇਦਾਂ ਦੀ ਚੀਜ਼ ਆਫਰ ਕਰਤੀ, ਉਸ ਤੋਂ ਬਾਅਦ ਉਹਦੇ ਆਦੀ ਹੋ ਗਏ, ਜਾਂ ਫਿਰ ਉਹ ਲੋਕੀ ਜਿਹੜੇ ਇਕਨੋਮਿਕ ਬੈਨੀਫਿਟਸ ਲੈਂਦੇ ਨੇ ਕਿਉਂਕਿ ਡਰੱਗਸ ਦਾ ਟ੍ਰੇਡ ਤੁਹਾਨੂੰ ਪਤਾ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਤੇ ਲੋਕੀ ਆਪਣੇ ਡਰੱਗਸ ਵੇਚਣ ਵਾਸਤੇ ਐਜ਼ ਇਫ ਸਮਬਡੀ ਇਜ਼ ਅ ਸਪਲਾਇਰ ਜੋ ਡਰੱਗਸ ਵੇਚਦਾ ਤੇ ਉਹਨੂੰ ਚਾਹੀਦਾ ਕਿ ਡਿਮਾਂਡ ਜ਼ਿਆਦਾ ਤੋਂ ਜ਼ਿਆਦਾ ਰਹੇ ਤੇ ਉਹ ਲੋਕਾਂ ਨੂੰ ਆਪਣੇ ਸਰਾਊਂਡਿੰਗਸ ਦੇ ਵਿੱਚ ਡਰੱਗਸ ਦੀ ਆਦਤ ਲਗਵਾਏਗਾ। ਸੋ ਦੈਟ ਕੈਨ ਬੀ ਦ ਇਕਨੋਮਿਕ ਰੀਜ਼ਨਸ। ਦੈਨ ਵੀ ਹੈਵ ਕਲਚਰਲ ਰੀਜ਼ਨਸ। ਜੇ ਤੁਸੀਂ ਹਿਸਟੋਰੀਕਲ ਰੈਫਰੈਂਸ ਦੇਖੋ ਜਾਂ ਤੁਸੀਂ ਕਲਚਰ 'ਚ ਜਾ ਕੇ ਦੇਖੋ ਤਾਂ ਬਹੁਤ ਵਾਰ ਕੁਝ ਸਾਡੇ ਫੈਸਟੀਵਲਸ, ਕੁਝ ਟ੍ਰੈਡੀਸ਼ਨਸ ਇਦਾਂ ਦੇ ਨੇ ਜਿਹਦੇ ਵਿੱਚ ਇਸ ਤਰੀਕੇ ਦੀ ਜਿਹੜੇ ਸਬਸਟੈਂਸਿਸ ਨੇ ਉਹਨਾਂ ਨੂੰ ਕੰਜ਼ਿਊਮ ਕਰਨਾ ਇੱਕ ਪਾਰਟ ਆਫ ਕਲਚਰ ਹੁੰਦਾ ਸੀ ਤੇ ਉਸ ਚੀਜ਼ ਕਰਕੇ ਵੀ ਕਿਤੇ ਨਾ ਕਿਤੇ ਪ੍ਰੋਬਲਮ ਜਿਹੜੀ ਹੈ ਉਹ ਅੱਗੇ ਆਈ ਹੈ। ਉਸ ਤੋਂ ਇਲਾਵਾ ਕੁਝ ਹੋਰ ਅਦਰ ਫੈਕਟਰਸ ਨੇ ਜਿਵੇਂ ਕਿ ਕਰਪਸ਼ਨ। ਬਹੁਤ ਵਾਰ ਤੁਸੀਂ ਦੇਖਿਆ ਹੋਣਾ ਕਿ ਤੁਹਾਡੇ ਨੇੜੇ ਤੇੜੇ ਕੋਈ ਨਾ ਕੋਈ ਬੰਦਾ ਇਸ ਤਰੀਕੇ ਦੀ ਐਕਟੀਵਿਟੀ 'ਚ ਇਨਵੋਲਵ ਹੋਇਆ, ਕੁਝ ਟਾਈਮ ਬਾਅਦ ਉਹ ਛੁੱਟ ਕੇ ਬਾਹਰ ਆ ਗਿਆ ਤੇ ਜਿਹੜੀ ਇੱਕ ਹਿੰਡਰੈਂਸ ਕ੍ਰੀਏਟ ਹੁੰਦੀ, ਜਿਹੜਾ ਇੱਕ ਡਰ ਕ੍ਰੀਏਟ ਕਰਨ ਦੀ ਜ਼ਰੂਰਤ ਹੈ, ਉਹ ਸ਼ਾਇਦ ਪ੍ਰੋਪਰਲੀ ਨਹੀਂ ਹੋ ਰਿਹਾ ਕਿ ਫਿਰ ਕੀ ਹੋ ਗਿਆ ਜੇ ਫੜੇ ਗਏ ਤਾਂ ਕੁਝ ਟਾਈਮ ਬਾਅਦ ਛੁੱਟ ਵੀ ਜਾਵਾਂਗੇ। ਸੋ ਇਹ ਸਾਰੇ ਪੁਆਇੰਟਸ ਆਈ ਹੋਪ ਕਿ ਜਸਟ ਬਾय ਗੋਇੰਗ ਟੂਵਰਡਸ ਦੀ ਸੋਸਾਈਟਲ, ਜੋਗ੍ਰਾਫਿਕਲ, ਇਕਨੋਮਿਕਲ, ਕਲਚਰਲ ਰੀਜ਼ਨਸ ਯੂ ਕੈਨ get so many points ਕਿ ਤੁਸੀਂ ਇੱਕ ਬਹੁਤ ਹੀ ਵਧੀਆ, ਬਹੁਤ ਹੀ ਬੈਲੈਂਸਡ ਆਨਸਰ ਜਿਹੜਾ ਉਹ ਲਿਖ ਪਾਓਗੇ। ਇਹ ਚੀਜ਼ਾਂ ਕਿੱਦਾਂ ਆਉਣਗੀਆਂ, ਸਭ ਚੀਜ਼ਾਂ ਤੁਹਾਨੂੰ ਤੁਹਾਡੇ ਨੋਟਸ ਜਿਹੜੇ ਆਪਾਂ ਪ੍ਰੋਵਾਈਡ ਕਰਾਂਗੇ ਉਹਦੇ ਵਿੱਚ ਮਿਲਣਗੀਆਂ। ਇਫ ਆਈ ਮੂਵ ਨੈਕਸਟ, ਹੁਣ ਤੁਸੀਂ ਕਲਾਸਿਸ ਅਟੈਂਡ ਕਰ ਰਹੀਆਂ, ਤੁਸੀਂ ਤੁਹਾਡੇ ਕੋਲ ਬੁੱਕਸ ਆ ਗਈਆਂ, ਬਟ ਐਵਰੀ ਟਾਈਮ ਯੂ ਕੈਨ ਨਾਟ ਗੋ ਬੈਕ ਟੂ ਦੀ ਕਲਾਸਿਸ, ਯੂ ਕੈਨ ਨਾਟ ਰੀਡ ਦੀ ਬੁੱਕਸ, ਯੂ ਨੀਡ ਟੂ ਰਿਵਾਈਜ਼ all what you have done ਕਿਉਂਕਿ ਟਾਈਮ ਸਾਡੇ ਕੋਲ ਬਹੁਤ ਲਿਮਿਟਡ ਹੈ। ਤੁਸੀਂ ਕਲਾਸ ਅਟੈਂਡ ਕੀਤੀ, ਤੁਸੀਂ ਬੁੱਕਸ ਪੜ੍ਹੀਆਂ, ਉਸ ਤੋਂ ਬਾਅਦ ਯੂ ਹੈਵ ਟੂ ਸਮਰਾਈਜ਼ what all you understood
ਐਂਡ ਇਹ ਸਮਰੀਜ਼ ਜਿਹੜੀਆਂ ਨੇ ਉਹ ਵੀ ਅਸੀਂ ਤੁਹਾਨੂੰ ਬਣਾ ਕੇ ਦੇ ਰਹੇ ਹਾਂ ਇਨ ਦੀ ਫਾਰਮ ਆਫ ਦਿਸ ਫਲੋ ਚਾਰਟਸ। ਫॉर ਐਗਜ਼ਾਮਪਲ ਇੱਥੇ ਪਾਵਰਟੀ ਨੂੰ ਲੈ ਕੇ ਇੱਕ ਫਲੋ ਚਾਰਟ ਤੁਹਾਨੂੰ ਬਣਿਆ ਮਿਲੇਗਾ ਤੇ ਜਦ ਵੀ ਕਦੀ ਐਗਜ਼ਾਮ 'ਚ ਪਾਵਰਟੀ ਰਿਲੇਟਡ ਕੁਐਸਚਨ ਆਵੇਗਾ ਯੂ ਵਿਲ ਹੈਵ ਟੂ ਪੁੱਟ ਦਿਸ ਪੁਆਇੰਟਸ ਕਿ ਕੀ ਕਾਜ਼ਸ ਨੇ, ਵਾਟ ਆਰ ਦੀ ਕਾਜ਼ਸ ਆਫ ਪਾਵਰਟੀ। ਤੇ ਵੀ ਹੈਵ ਇਕਨੋਮਿਕਲ ਕਾਜ਼ਸ, ਵੀ ਹੈਵ historical reasons, we have societal reasons, historical reasons, ਜਿਵੇਂ ਕਿ we have been time and again plundered and looted by various foreign powers, ਚਾਹੇ ਉਹ ਬ੍ਰਿਟਿਸ਼ਰ ਜ਼ੋਨ, ਚਾਹੇ ਮੁਗਲ ਜ਼ੋਨ, ਚਾਹੇ ਅਫਗਾਨ ਜ਼ੋਨ, ਜਿੰਨੇ ਵੀ ਫੋਰਨ ਪਾਵਰਸ ਇੰਡੀਆ ਦੇ ਵਿੱਚ ਆਏ ਉਹਨਾਂ ਨੇ ਟਾਈਮ ਐਂਡ ਅਗੇਨ ਸਾਡੇ ਰਿਸੋਰਸਿਸ ਨੂੰ ਪਲੰਡਰ ਕੀਤਾ, ਜਿਹਦੇ ਕਰਕੇ ਸਾਡੇ ਦੇਸ਼ ਦੇ ਵਿੱਚ ਪਾਵਰਟੀ ਜਿਹੜੀ ਹੈ ਉਹ ਕ੍ਰੀਏਟ ਹੋਈ ਤੇ ਉਹ ਪਾਵਰਟੀ ਅੱਜ ਵੀ ਐਗਜ਼ਿਸਟ ਕਰ ਰਹੀ ਹੈ। ਉਸ ਤੋਂ ਬਾਅਦ ਜਦ ਆਪਾਂ ਜੋਗ੍ਰਾਫਿਕਲ ਰੀਜ਼ਨਸ ਤੇ ਆਈਏ ਤਾਂ ਡੈਫੀਨੇਟਲੀ ਸਰ ਯੂ ਕੈਨ ਨਾਟ ਐਕਸਪੈਕਟ ਐਵਰੀ ਰੀਜ਼ਨ ਟੂ ਬੀ ਐਜ਼ ਪ੍ਰੋਸਪੈਰਸ ਐਜ਼ ਪੰਜਾਬ, ਫॉर ਅ ਸਿੰਪਲ ਰੀਜ਼ਨ ਕਿ ਪੰਜਾਬ ਦੇ ਵਿੱਚ ਐਗਰੀਕਲਚਰ ਜਿਹੜਾ ਹੈ ਉਹ ਬਹੁਤ ਈਜ਼ੀਲੀ ਕੀਤਾ ਜਾ ਸਕਦਾ ਹੈ। ਵੇਅਰ ਪੰਜਾਬ ਦੀ ਨੇਬਰਿੰਗ ਸਟੇਟ ਹੈ ਰਾਜਸਥਾਨ, ਉੱਥੇ ਉਸ ਤਰੀਕੇ ਦੇ ਜੋਗ੍ਰਾਫਿਕਲ ਕੰਡੀਸ਼ਨਸ, ਉੱਥੋਂ ਦੀ ਟੋਪੋਗ੍ਰਾਫੀ ਇਹੋ ਜਿਹੀ ਨਹੀਂ ਹੈ, ਜਾਂ ਪੰਜਾਬ ਦੀ ਨੇਬਰਿੰਗ ਸਟੇਟ ਹਿਮਾਚਲ 'ਚ ਟੋਪੋਗ੍ਰਾਫੀ ਇਹੋ ਜਿਹੀ ਨਹੀਂ ਹੈ ਕਿ ਤੁਸੀਂ ਉਸ ਤਰੀਕੇ ਦਾ ਐਗਰੀਕਲਚਰ ਪ੍ਰੋਡਕਸ਼ਨ ਕਰ ਸਕਦੇ ਹੋ। ਤੇ ਜੋਗ੍ਰਾਫਿਕਲੀ देयर आर रीजंस व्हाई certain areas will face poverty, then we have political reasons, we have international relations, so all these things ਜਿੰਨੀਆਂ ਵੀ ਚੀਜ਼ਾਂ ਮੈਂ ਤੁਹਾਨੂੰ ਇੱਥੇ ਦੱਸ ਰਿਹਾ ਇਹਦੇ ਚੋਂ ਕੋਈ ਵੀ ਚੀਜ਼ ਐਸੀ ਨਹੀਂ ਹੋਵੇਗੀ ਜਿਹੜੀ ਤੁਸੀਂ ਕਦੀ ਨਾ ਸੁਣੀ ਹੋਵੇ। ਆਈ ਐਮ ਨਾਟ ਟੈਲਿੰਗ ਯੂ ਸਮਥਿੰਗ ਨਿਊ, ਆਲ ਦਿਸ ਯੂ ਆਲਰੇਡੀ ਨੋ। ਦੀ ਆਈਡੀਆ ਓਨਲੀ ਇਜ਼ ਕਿ ਆਪਾਂ ਕਦੀ ਉਸ ਪੈਰਾਮੀਟਰ ਨਾਲ, ਉਸ ਪਰਸਪੈਕਟਿਵ ਨਾਲ ਇਹਨਾਂ ਚੀਜ਼ਾਂ ਨੂੰ ਵੇਖਿਆ ਹੀ ਨਹੀਂ। ਉਹੀ ਪਰਸਪੈਕਟਿਵ ਡਿਵੈਲਪ ਕਰਨਗੇ ਤੁਹਾਡੇ ਹੈਂਡ ਰਿਟਨ ਨੋਟਸ। ਇੱਕ ਵਾਰੀ ਤੁਸੀਂ ਕਲਾਸ ਅਟੈਂਡ ਕਰ ਲਈ ਜਿਹੜੀ ਵਜਰ ਬੈਚ ਤੁਹਾਨੂੰ ਮਿਲੇਗੀ, ਉਸ ਤੋਂ ਬਾਅਦ ਤੁਸੀਂ ਆਪਣੀ ਬੁੱਕਸ ਜਿਹੜੀਆਂ ਉਹ ਵੇਖ ਲਈਆਂ, ਉਸ ਤੋਂ ਬਾਅਦ ਤੁਸੀਂ ਇਹਨਾਂ ਪੁਆਇੰਟਰਸ ਦੇ ਨਾਲ ਹੀ ਪੂਰਾ ਦਾ ਪੂਰਾ ਸਿਲੇਬਸ ਜਿਹੜਾ ਉਹ ਰਿਵਾਈਜ਼ ਕਰੋਗੇ। ਐਂਡ ਵੈਨ ਵੀ ਮੂਵ ਫਰਦਰ ਸਾਨੂੰ ਇੱਕ ਪ੍ਰੈਕਟਿਸ ਦੀ ਜ਼ਰੂਰਤ ਹੋਵੇਗੀ ਕਿ ਨਾਓ ਆਈ ਨੋ ਦੀ ਸਿਲੇਬਸ, ਨਾਓ ਆਈ ਨੋ ਦੀ ਪੁਆਇੰਟਸ, ਆਨਸਰ 'ਚ ਕਿੱਦਾਂ ਇਹਨੂੰ ਪੁੱਟ ਫਾਰਵਰਡ ਕਰਨਾ ਹੈ। ਉਹ ਆਨਸਰ ਰਾਈਟਿੰਗ ਪ੍ਰੈਕਟਿਸ ਤੁਹਾਨੂੰ ਇਨ ਦੀ ਫਾਰਮ ਆਫ ਇਕਲਵਯ ਸੈਸ਼ਨ ਜਿਹੜੀ ਉਹ ਕਰਾਈ ਜਾਵੇਗੀ। ਇਹਨਾਂ ਇਕਲਵਯ ਸੈਸ਼ਨ 'ਚ ਤੁਹਾਨੂੰ ਵਾਟ ਯੂ ਵਿਲ ਗੈਟ UPSC ਦੇ ਮੇਨਸ ਦੇ PYQ ਕੁਐਸਚਨਸ। ਵਾਈ UPSC? ਬਿਕਾਜ਼ ਅਲਟੀਮੇਟਲੀ there is a higher possibility ਕਿ UPSC ਤੋਂ ਇਨਸਪਾਇਰ ਹੋ ਕੇ ਹੀ ਤੁਹਾਡਾ ਮੇਨਸ ਦਾ ਪੇਪਰ ਜਿਹੜਾ ਉਹ ਸੈੱਟ ਕੀਤਾ ਜਾਵੇਗਾ। the questions may either be repeating what is being asked in UPSC ਜਾਂ ਫਿਰ ਉਹ ਤੋਂ ਮਿਲਦਾ ਜੁਲਦਾ ਥੋੜਾ ਬਹੁਤ ਲੈਂਗੁਏਜ ਚੇਂਜ ਕਰਕੇ ਉਹੀ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ, ਤੇ ਜਿਹਦੇ ਕਰਕੇ ਤੁਹਾਨੂੰ ਪੂਰੇ ਦੇ ਪੂਰੇ PYQs ਦੀ ਪ੍ਰੈਕਟਿਸ ਜਿਹੜੀ ਉਹ ਕਰਾਈ ਜਾਵੇਗੀ। ਕਲਾਸ ਜਿਹੜੀ ਹੈ ਉਹਦੇ ਦੌਰਾਨ ਤੁਹਾਨੂੰ ਆਨਸਰ ਲਿਖਣ ਨੂੰ ਕਹਿਣਗੇ, ਤੁਹਾਨੂੰ ਵਰਕ ਬੁੱਕਸ ਮਿਲਣਗੀਆਂ। ਇਹ GS ਤੇ ਐਸੇ ਹਰ ਇੱਕ ਚੀਜ਼ ਵਾਸਤੇ ਹੋਵੇਗਾ, ਤੇ ਤੁਹਾਡੀ ਪ੍ਰੈਕਟਿਸ ਜਿਹੜੀ ਆ ਉਹ ਬਹੁਤ ਜ਼ਿਆਦਾ ਸਟਰੋਂਗ ਇਹਦੇ 'ਚ ਹੋ ਜਾਣੀ ਹੈ। ਤੇ ਇਹ ਸਭ ਚੀਜ਼ਾਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ ਇਨ ਦੀ ਫਾਰਮ ਆਫ ਦਿਸ ਪੰਜਾਬ PCS ਪ੍ਰੋਗਰਾਮ। ਇਹਦੇ ਵਿੱਚ ਤੁਹਾਨੂੰ ਆਨਸਰ ਰਾਈਟਿੰਗ ਕਿਵੇਂ ਕਰਨੀ ਹੈ, ਜਦੋਂ ਤੁਸੀਂ ਆਨਸਰ ਲਿਖਣ ਜਾਓਗੇ there is a approach, ਫॉर ਐਗਜ਼ਾਮਪਲ ਇੱਕ ਬੈਲੈਂਸ ਆਨਸਰ ਜਿਹਨੂੰ ਕਹਿੰਦੇ, ਉਹਦੇ ਵਿੱਚ ਇੱਕ ਇੰਟਰੋਡਕਸ਼ਨ ਹੁੰਦੀ ਹੈ, ਇੱਕ ਬਾਡੀ ਆਫ ਆਨਸਰ ਹੁੰਦੀ ਹੈ, ਜਿਹਦੇ ਵਿੱਚ ਐਕਚੁਅਲੀ ਤੁਸੀਂ ਕੁਐਸਚਨ ਨੂੰ ਆਨਸਰ ਕਰਦੇ ਹੋ ਜਿਹੜਾ ਕਿ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ। ਇੱਕ ਤੁਸੀਂ ਬੈਲੈਂਸ ਕਨਕਲੂਜਨ ਦਿੰਦੇ ਹੋ, ਉਹ ਫਰੇਮਵਰਕ ਕਿੱਦਾਂ ਬਣੇਗਾ, ਕਿੱਦਾਂ ਤੁਸੀਂ ਸੋਚੋਗੇ ਆਨਸਰ ਲਿਖਣ ਦੀ। ਵੀ ਹੈਵ ਵੇਰੀਅਸ ਟੈਕਨੀਕਸ, ਸਾਡੇ ਕੋਲ ਪੈਸਟਲ ਐਨਾਲਿਸਿਸ ਵਨ ਆਫ ਸਚ ਟੈਕਨੀਕਸ, ਤੇ ਕਿੱਦਾਂ ਤੁਸੀਂ ਆਨਸਰ ਲਿਖਦੇ ਹੋ, ਅਪਰੋਚ ਕਰਦੇ ਹੋ, ਸਭ ਚੀਜ਼ਾਂ ਤੁਹਾਨੂੰ ਮਾਰਕ ਸੈਸ਼ਨਸ ਰਹਿਣਗੇ ਉਹਦੇ ਦੁਆਰਾ, ਉਸ ਦੇ ਥਰੂ ਤੁਹਾਨੂੰ ਜਿਹੜੀਆਂ ਉਹ ਕਰਾਈਆਂ ਜਾਣਗੀਆਂ। ਸੋ ਹਰ ਚੀਜ਼, ਚਾਹੇ ਉਹ ਤੁਹਾਡੀ ਰਿਵੀਜ਼ਨ ਕਲਾਸਿਸ ਹੋਵਨ ਇਨ ਦੀ ਫਾਰਮ ਵਜਰ, ਚਾਹੇ ਮੇਨਸ ਦੇ ਨੋਟਸ ਹੋਣ, ਚਾਹੇ ਆਨਸਰ ਰਾਈਟਿੰਗ ਪ੍ਰੈਕਟਿਸ ਹੋਵੇ ਥਰੂ ਮਾਰਕ ਸੈਸ਼ਨਸ, ਚਾਹੇ PYQ ਪ੍ਰੈਕਟਿਸ ਹੋਵੇ ਥਰੂ ਇਕਲਵਯ ਸੈਸ਼ਨਸ, ਜਾਂ GS ਬੁੱਕਸ ਹੋਣੇ, ਸਭ ਚੀਜ਼ਾਂ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ। ਦੀ ਆਈਡੀਆ ਇਜ਼ ਕਿ ਤੁਹਾਡੇ ਕੋਲ ਹੁਣ ਟਾਈਮ ਬਹੁਤ ਲਿਮਿਟਿਡ ਹੈ ਤੇ ਤੁਹਾਡਾ ਟਾਈਮ ਜ਼ਰਾ ਵੀ ਵੇਸਟ ਨਾ ਹੋਵੇ ਸੋਰਸਿਸ ਲੱਭਣ 'ਚ, ਕਿੱਦਾਂ ਆਨਸਰ ਰਾਈਟਿੰਗ ਕਰਨੀ ਹੈ, ਕੌਣ ਇਵੈਲੂਏਟ ਕਰੇਗਾ, ਕੌਣ ਗਾਈਡ ਕਰੇਗਾ, ਸਭ ਚੀਜ਼ਾਂ ਤੁਹਾਨੂੰ ਇੱਕ ਥਾਂ ਤੇ ਮਿਲ ਰਹੀਆਂ ਨੇ। ਦੀ ਓਨਲੀ ਥਿੰਗ ਦੈਟ ਯੂ ਹੈਵ ਟੂ ਡੂ ਇਜ਼ ਯੂ ਸਿੰਪਲੀ ਹੈਵ ਟੂ ਕਾਲ ਅਸ ਔਨ ਦਿਸ ਨੰਬਰ, ਯੂ ਵਿਲ ਗੈਟ ਦੀ ਮੈਂਟੋਰਸ਼ਿਪ ਸਪੋਰਟ। ਤੁਹਾਨੂੰ ਮੈਂਟੋਰ ਜਿਹੜੇ ਨੇ ਉਹ ਗਾਈਡ ਕਰਨਗੇ ਕਿ ਕਿੱਦਾਂ ਤੁਸੀਂ ਅੱਗੇ ਪ੍ਰੋਸੀਡ ਕਰਨਾ ਹੈ। ਮੈਂ ਉਮੀਦ ਕਰਦਾ ਇਹ ਵੀਡੀਓ ਤੁਹਾਡੇ ਵਾਸਤੇ ਹੈਲਪਫੁਲ ਹੋਵੇਗੀ, ਤੇ ਤੁਸੀਂ ਇਸ ਵੀਡੀਓ ਦੇ ਵਿੱਚ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਚੀਜ਼ਾਂ ਐਕਸਪਲੇਨ ਕੀਤੀਆਂ ਉਹਨੂੰ ਸਮਝ ਕੇ ਤੁਸੀਂ ਪ੍ਰੋਸੀਡ ਕਰੋਗੇ ਤੇ ਆਪਣੀ ਪੰਜਾਬ PCS ਦੇ ਮੇਨਸ ਦੀ ਤਿਆਰੀ ਕਰਕੇ ਛੇਤੀ ਤੋਂ ਛੇਤੀ ਇਸ ਐਗਜ਼ਾਮ ਨੂੰ ਕੁਆਲੀਫਾਈ ਕਰੋਗੇ। ਧੰਨਵਾਦ।